स्टूडेंट साडा जिहड़ा अज दा जिहड़ा टॉपिक है वो प्रोजैक्टाइल मोशन है। प्रोजैक्टाइल मोशन की हुंदा है? जिहड़ा प्रोजैक्टाइल मोशन है ये एक टू डिमेंशन दे विच एक फ्री फॉल मोशन हुंदा है। मान लो आपां कोई जिहड़ी ऑब्जैक्ट है थ्रो कीती है वो इस तरह दा पाथ जिहड़ा है फॉलो करदी है, ठीक है। वो किहदे इन्फ्लुएंस विच हुंदी है, किहदे प्रभाव विच हुंदी है? ग्रेविटी दे प्रभाव दे विच हुंदी है। ਜਿਹੜਾ ਇਹ ਪਾਥ ਫੋਲੋ ਕੀਤਾ ਜਾਂਦਾ ਹੈ ਉਸਨੂੰ ਪੈਰਾਬੋਲਿਕ ਪਾਥ ਕਹਿੰਦੇ ਹਾਂ ਤੇ ਜਿਹੜਾ ਮੋਸ਼ਨ ਹੁੰਦਾ ਹੈ ਉਸਨੂੰ ਪ੍ਰੋਜੈਕਟਾਈਲ ਮੋਸ਼ਨ ਕਹਿੰਦੇ ਆ, ਠੀਕ ਹੈ। ਆਪਾਂ ਡਿਸਕਸ ਕਰਦੇ ਹਾਂ ਇਸ ਨੂੰ ਵੀ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟਾਈਲ ਮੋਸ਼ਨ ਹੁੰਦਾ ਹੈ। ਸਾਡੇ ਕੋਲ ਜਿਹੜੀ ਹੈ ਆਪਾਂ ਕੋਈ ਆਬਜੈਕਟ ਜਿਹੜੀ ਹੈ ਇਸ ਪੁਆਇੰਟ ਤੋਂ ਥਰੂ ਕੀਤੀ ਹੈ, ਠੀਕ ਹੈ, ਤੇ ਉਹ ਇਹ ਜਿਹੜਾ ਪੂਰਾ ਪਾਥ ਹੈ ਉਹ ਫੋਲੋ ਕਰਦੀ ਹੈ, ਇਸ ਨੂੰ ਪੈਰਾਬੋਲਿਕ ਪਾਥ ਕਰਦੇ ਹਾਂ। शुरुआत ਦੇ ਵਿੱਚ ਉਹਦੀ ਵੈਲੋਸਿਟੀ ਜਿਹੜੀ ਹੈ ਉਹ u ਹੁੰਦੀ ਹੈ ਤੇ ਜਿਹੜੀ ਇਨੀਸ਼ੀਅਲ ਵੈਲੋਸਿਟੀ ਉਹ u ਤੇ ਫਾਈਨਲ ਵੈਲੋਸਿਟੀ v। ਪਰ ਜਦ ਉਹ ਇੱਕ ਪ੍ਰੋਜੈਕਟਾਈਲ ਮੋਸ਼ਨ ਦੇ ਵਿੱਚ ਹੁੰਦੀ ਹੈ ਤਾਂ ਉਸਦੀ ਜਿਹੜੀ ਵੈਲੋਸਿਟੀ u ਹੈ ਉਹ ਦੋ ਵੈਕਟਰ ਦੇ ਵਿੱਚ ਰਿਜ਼ੋਲਵ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਜਿਹੜਾ u ਹੈ ਦੋ ਵੈਕਟਰ ਦੇ ਵਿੱਚ ਰਿਜ਼ੋਲਵ ਹੋ ਜਾਂਦਾ ਹੈ। ਜਿਹੜਾ ਆਪਾਂ ਹੋਰੀਜੈਂਟਲ ਲੈਂਦੇ ਹਾਂ ਉਹ ਜੂ ਕੋਸ ਥੀਟਾ ਬਣ ਜਾਂਦਾ ਹੈ ਤੇ ਵਰਟੀਕਲੀ ਜੂ ਸਾਈਨ ਥੀਟਾ, ਠੀਕ। ਸਾਡੇ ਕੋਲ ਕੀ ਹੈ? ਵੈਲੋਸਿਟੀ ਜਿਹੜੀ ਹੈ ਜੂ ਇਨੀਸ਼ੀਅਲ ਵੈਲੋਸਿਟੀ ਹੈ ਉਹ ਦੋ ਵੈਕਟਰ ਦੇ ਵਿੱਚ ਰਿਜ਼ੋਲਵ ਹੋ ਗਈ ਹੈ ਅਲੋਂਗ ਹੋਰੀਜੈਂਟਲ, ਜਿਹਨੂੰ ਐਕਸ ਐਕਸਿਸ ਵੀ ਕਹਿੰਦੇ ਹੈ, ਉਹ ਜੂ ਕੋਸ ਥੀਟਾ। ਤੇ ਦੂਸਰਾ ਸਾਡੇ ਕੋਲ ਕੀ ਹੁੰਦਾ ਹੈ? ਅਲੋਂਗ ਬਾਈ ਐਕਸਿਸ ਵਰਟੀਕਲ ਜੂ ਸਾਈਨ ਥੀਟਾ, ਠੀਕ ਹੈ। ਤੇ ਆ ਸਾਡੇ ਕੋਲ ਥੀਟਾ ਐਂਗਲ ਹੈ, ਠੀਕ। ਉਸ ਤੋਂ ਬਾਅਦ ਕੀ ਹੁੰਦਾ ਹੈ? ਜਦ ਸਾਡੇ ਕੋਲ ਆਬਜੈਕਟ ਇਸ ਪੁਆਇੰਟ 'ਤੇ ਪੁੱਜਦੀ ਹੈ ਤੇ ਇਸ ਪੁਆਇੰਟ 'ਤੇ ਜਾ ਕੇ ਉਸਦੀ ਜਿਹੜੀ ਵੈਲੋਸਿਟੀ ਹੈ 0 ਹੋ ਜਾਂਦੀ ਹੈ ਤੇ ਇਸ ਪੁਆਇੰਟ ਤੱਕ ਜਿਹੜੀ ਹੈ ਜਿਹੜੀ ਇਹ ਮੈਕਸੀਮਮ ਹਾਈਟ ਹੁੰਦੀ ਹੈ ਜਾਂ ਆਪਾਂ ਇਸ ਨੂੰ ਵਰਟੀਕਲ ਡਿਸਟੈਂਸ ਵੀ ਕਹਿ ਸਕਦੇ ਹਾਂ, ਉਹ ਸਭ ਤੋਂ ਮੈਕਸੀਮਮ ਹੁੰਦੀ ਹੈ। ਇਸ ਪੁਆਇੰਟ ਤੋਂ ਬਾਅਦ ਉਸਦੀ ਜਿਹੜੀ ਵੈਲੋਸਿਟੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਇਹ ਸਾਡੇ ਕੋਲ ਕੀ ਹੈ? ਮੈਕਸੀਮਮ ਹਾਈਟ ਜਿਹੜੀ ਹੈ ਸਾਡੇ ਕੋਲ ਆਬਜੈਕਟ ਹੈ ਉਹ ਕਵਰ ਕਰਦੀ ਹੈ, ਠੀਕ। ਉਸ ਤੋਂ ਬਾਅਦ ਇਸ ਪੁਆਇੰਟ 'ਤੇ ਇਸ ਦੀ ਇਹ ਫਾਈਨਲ ਵੈਲੋਸਿਟੀ ਹੋ ਜਾਂਦੀ ਹੈ। ਤੁਸੀਂ ਇੱਕ ਪੁਆਇੰਟ ਹੋਰ ਨੋਟਿਸ ਕੀਤੀ ਹੋਣੀ ਹੈ ਕਿ ਇਸ ਪੁਆਇੰਟ ਤੋਂ ਲੈ ਕੇ ਇਨੀਸ਼ੀਅਲ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਜਿਹੜੀ ਹੋਰੀਜੈਂਟਲ ਹੈ ਅਲੋਂਗ ਐਕਸ ਐਕਸਿਸ ਡਿਸਟੈਂਸ ਕਵਰ ਕੀਤੀ ਜਾਂਦੀ ਹੈ ਉਸਨੂੰ ਆਪਾਂ ਰੇਂਜ ਕਹਿੰਦੇ ਹਾਂ, ਠੀਕ ਹੈ। ਤੇ ਜਿਹੜੀ ਵਰਟੀਕਲ ਮੈਕਸੀਮਮ ਡਿਸਟੈਂਸ ਕਵਰ ਕੀਤੀ ਜਾਂਦੀ ਹੈ ਉਸਨੂੰ ਮੈਕਸੀਮਮ ਆਪਾਂ ਹਾਈਟ ਕਹਿੰਦੇ ਹਾਂ, ਠੀਕ ਹੈ। ਤੇ ਇੱਕ ਪੁਆਇੰਟ ਹੋਰ ਹੈ ਕਿ ਸਾਡੇ ਪਾਸ ਜਿਹੜੀ ਇਹ ਵੈਲੋਸਿਟੀ ਸੀ ਵਰਟੀਕਲੀ ਉਹ ਜੂ ਸਾਈਨ ਥੀਟਾ ਸੀ, ਠੀਕ ਹੈ, ਤੇ ਹੋਰੀਜੈਂਟਲੀ ਜੂ ਕੋਸ ਥੀਟਾ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਹੈ ਪੁਆਇੰਟ ਜਿਹੜਾ ਹੈ ਨੋਟ ਕਰਨਾ ਤੁਸੀਂ। ਅੱਛਾ, ਤੁਸੀਂ ਹੁਣ ਇਸ ਪੁਆਇੰਟ 'ਤੇ ਦੇਖੋ ਜਿਹੜੀ ਸਾਡੇ ਕੋਲ ਹੈ ਵੈਲੋਸਿਟੀ ਹੈ ਇੱਥੇ ਵੀ ਦੋ ਪੁਆਇੰਟ ਦੇ ਵਿੱਚ ਦੋ ਵੈਕਟਰ ਦੇ ਵਿੱਚ ਰਿਜ਼ੋਲਵ ਹੋਈ ਹੈ। ਜਿਹੜੀ ਆਪਾਂ ਜੂ ਵੀ ਵੈਲੋਸਿਟੀ ਲਈ ਹੈ ਫਾਈਨਲ ਵੈਲੋਸਿਟੀ ਦੇ ਵਿੱਚ ਇਹ ਸਾਡੇ ਕੋਲ ਜਿਹੜੀ ਵਰਟੀਕਲ ਵੈਲੋਸਿਟੀ ਹੈ ਇਹਦੇ ਹੀ ਇਕੁਅਲ ਹੋਵੇਗੀ, ਪਰ ਇਹ ਜਿਹੜੀ ਡਾਇਰੈਕਸ਼ਨ ਹੈ ਤੁਸੀਂ ਦੇਖੋ ਇਸ ਦੀ ਡਾਇਰੈਕਸ਼ਨ ਅਪਵਰਡ ਤੇ ਇਸ ਦੀ ਡਾਇਰੈਕਸ਼ਨ ਡਾਊਨਵਰਡ ਹੈ ਨਾ, ਤੇ ਇਹ ਕਿਆ ਹੋਵੇਗੀ? ਮਾਈਨਸ ਹੋਵੇਗੀ। ਇਹ ਯਾਦ ਰੱਖਣਾ ਹੈ। ਆਪਾਂ ਜਿਸ ਜਿਹੜੀ ਹੈ ਜਦ ਆਪਾਂ ਜਿਹੜਾ ਟਾਈਮ ਫਾਈਂਡ ਕਰਾਂਗੇ ਉੱਥੇ ਯੂਜ਼ ਕਰਾਂਗੇ ਸਾਡੇ ਕੋਲ ਜਿਹੜੀ ਵੈਲੋਸਿਟੀ ਹੈ ਉਹ ਕੀ ਆ ਜਾਏਗੀ? ਮਾਈਨਸ ਜੂ ਸਾਈਨ ਥੀਟਾ, ਠੀਕ ਹੈ। ਇਹ ਵੈਲੋਸਿਟੀ ਆ ਜਾਵੇਗੀ, ਉਹ ਆਪਾਂ ਆਰਟੀਕਲ ਦੇ ਵਿੱਚ ਕਵਰ ਕਰਾਂਗੇ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਪਹਿਲਾ ਆਰਟੀਕਲ ਹੈ ਉਹ ਕਵਰ ਕਰਦੇ ਹਾਂ। ਉਹ ਸਾਡੇ ਕੋਲ ਹੈ ਜਿਹੜਾ ਹੈ ਆਰਟੀਕਲ ਉਹ ਰੇਂਜ ਆਫ ਪ੍ਰੋਜੈਕਟਾਈਲ ਦੀ ਹੈ, ਉਹ ਆਪਾਂ ਫਾਈਂਡ ਕਰਨੀ ਹੈ। ਆਪਾਂ ਜਿਸ ਤਰ੍ਹਾਂ ਪ੍ਰੀਵੀਅਸ ਸਲਾਈਡ ਦੇ ਵਿੱਚ ਕੀਤਾ ਸੀ, ਜੋ ਇਹ ਡਿਸਟੈਂਸ ਹੈ, ਠੀਕ ਹੈ, ਕਵਰ ਕਰੇਗੀ ਉਸਨੂੰ ਰੇਂਜ ਕਹਿੰਦੇ ਹਾਂ ਆਪਾਂ, ਠੀਕ ਹੈ। ਤੇ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਹੋਰੀਜੈਂਟਲੀ ਕਰਨਾ ਹੈ, ਰੇਂਜ ਕੱਢਣੀ ਹੈ। ਰੇਂਜ ਇੱਕ ਤਰ੍ਹਾਂ ਨਾਲ ਕੀ ਹੈ ਸਾਡੇ ਕੋਲ? ਕੀ ਹੈ ਰੇਂਜ? ਡਿਸਟੈਂਸ ਹੈ ਨਾ, ਡਿਸਟੈਂਸ ਹੈ ਨਾ। ਤੇ ਆਪਾਂ ਇਹੀ ਫਾਈਂਡ ਕਰਨੀ ਹੈ। ਤੇ ਆਪਾਂ ਡਿਸਟੈਂਸ ਕਿਸ ਤਰ੍ਹਾਂ ਫਾਈਂਡ ਕਰਦੇ ਹਾਂ? ਡਿਸਟੈਂਸ ਕੀ ਹੁੰਦੀ ਸੀ ਸਾਡੇ ਕੋਲ? ਸਪੀਡ ਅਪੋਨ ਟਾਈਮ, ਠੀਕ।
ਸਪੀਡ ਜਾਂ ਵੈਲੋਸਿਟੀ ਆਪਾਂ ਦੋਨਾਂ ਦੇ ਵਿੱਚ ਇੱਕ ਹੀ ਟੌਪਿਕ ਲੈਣਾ ਹੈ। ਤੇ ਜੇ ਆਪਾਂ s ਫਾਈਂਡ ਕਰਨਾ ਸੀ ਤੇ ਸਾਡੇ ਕੋਲ ਕੀ ਹੋ ਜਾਂਦਾ ਹੈ, d/t। ਇਹੀ ਫਾਰਮੂਲਾ ਆਪਾਂ ਇੱਥੇ ਲਗਾਇਆ ਹੈ, ਰੇਂਜ ਇਜ਼ ਇਕੁਅਲ ਟੂ ਹੋਰੀਜੈਂਟਲ ਸਪੀਡ ਇਨਟੂ ਟਾਈਮ, ਹੈ ਨਾ। ਜਿਹੜਾ ਸਾਡੇ ਕੋਲ ਹੈ ਰੇਂਜ ਆਪਾਂ ਇੱਕ ਤਰ੍ਹਾਂ ਦੇ ਨਾਲ ਸਾਡੇ ਕੋਲ ਡਿਸਟੈਂਸ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੈ ਵੈਲਿਊ ਪਰ ਦਿੱਤੀ ਹੈ, ਸਪੀਡ ਵੀ ਕਹਿ ਸਕਦੇ ਹਾਂ, ਵੈਲੋਸਿਟੀ ਜਿਹੜੀ ਸੀ ਇਨੀਸ਼ੀਅਲੀ ਜੂ ਕੋਸ ਥੀਟਾ ਆਇਆ ਸੀ, ਉਸ ਤੋਂ ਬਾਅਦ ਟਾਈਮ, ਠੀਕ ਹੈ। ਆਪਾਂ ਇਸ ਪੁਆਇੰਟ ਤੇ ਜਿਹੜਾ ਹੈ ਵੈਲੋਸਿਟੀ ਜਾਂ ਸਪੀਡ ਤਾਂ ਕੱਢ ਲਈ ਹੈ, ਪਰ ਸਾਡੇ ਪਾਸ ਟਾਈਮ ਨਹੀਂ ਹੈ। ਉਹ ਟਾਈਮ ਆਪਾਂ ਕਿਸ ਤਰ੍ਹਾਂ ਫਾਈਂਡ ਕਰਾਂਗੇ? ਉਹ ਟਾਈਮ ਦੇ ਲਈ ਕੀ ਹੈ, ਆਪਾਂ ਟਾਈਮ ਹਮੇਸ਼ਾ ਵਰਟੀਕਲੀ ਫਾਈਂਡ ਕਰਨਾ ਹੈ, ਠੀਕ ਹੈ। ਟਾਈਮ ਕਿ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਸਾਨੂੰ ਕਿੰਨਾ ਟਾਈਮ ਲੱਗਿਆ ਹੈ, ਠੀਕ ਹੈ। ਤੇ ਉਸ ਵਾਸਤੇ ਵੀ ਸਾਡੇ ਕੋਲ ਹੈ, ਆਪਾਂ ਕਰਦੇ ਹਾਂ ਇਸ ਵਾਸਤੇ ਹਮੇਸ਼ਾ ਜਦ ਆਪਾਂ ਵਰਟੀਕਲੀ ਕਰਨਾ ਹੈ ਤਾਂ ਆਪਾਂ ਕੀ ਲਵਾਂਗੇ, ਵਰਟੀਕਲ ਵੈਲੋਸਿਟੀ ਲਵਾਂਗੇ। ਯੂ ਜਿਹੜਾ ਹੈ ਸਾਈਨ ਥੀਟਾ ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ ਹੈ, ਤੇ ਜਿਹੜੀ ਫਾਈਨਲ ਵੈਲੋਸਿਟੀ ਹੈ ਮਾਈਨਸ ਯੂ ਸਾਈਨ ਥੀਟਾ, ਜੋ ਆਪਾਂ ਪ੍ਰੀਵੀਅਸ ਸਲਾਈਡ ਦੇ ਵਿੱਚ ਡਿਸਕਸ ਵੀ ਕੀਤਾ ਸੀ ਕਿ ਦੋਨੇ ਵੈਲੋਸਿਟੀਆਂ ਸੇਮ ਹੋਵੇਗੀਆਂ, ਪਰ ਦੋਨਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਅਲੱਗ-ਅਲੱਗ ਹੋਵੇਗੀ। ਉਸ ਤੋਂ ਬਾਅਦ ਜਿਹੜਾ ਐਕਸਲੇਸ਼ਨ ਹੈ ਆਪਾਂ ਮਾਈਨਸ ਜੀ ਲੈਣਾ ਹੈ, ਕਿਉਂਕਿ ਇਹ ਗ੍ਰੇਵਿਟੀ ਦਾ ਇਨਫਲੂਐਂਸ ਹੈ, ਗ੍ਰੇਵਿਟੀ ਦੇ ਪ੍ਰਭਾਵ ਵਿੱਚ ਆਪਾਂ ਫਾਈਂਡ ਕਰਨਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਆਹ ਫਾਰਮੂਲਾ ਹੈ, ਇਸ ਦੇ ਵਿੱਚ ਫਿਲ ਕਰਨਾ। ਇਹ ਫਾਰਮੂਲਾ ਕਿੱਥੋਂ ਆਇਆ ਹੈ, ਇਹ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਕਿ ਸਾਡੇ ਕੋਲ ਕੀ ਹੁੰਦਾ ਸੀ, ਸਾਡੇ ਕੋਲ ਐਕਸਲੇਸ਼ਨ ਹੁੰਦਾ ਸੀ a ਇਜ਼ ਇਕੁਅਲ ਟੂ ਚੇਂਜ ਇਨ ਵੈਲੋਸਿਟੀ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ, ਠੀਕ ਹੈ। ਤੇ ਆਪਾਂ ਜੇ ਟਾਈਮ ਕੱਢਣਾ ਹੈ ਤੇ ਇਹਨਾਂ ਦੀ ਕ੍ਰੋਸ ਮਲਟੀਪਲਾਈ, ਹੈ ਨਾ। ਤੇ ਸਾਡੇ ਕੋਲ ਟਾਈਮ ਦਾ ਜਿਹੜਾ ਫਾਰਮੂਲਾ ਹੈ, ਇਹ ਸਾਡੇ ਕੋਲ ਟਾਈਮ ਦਾ ਫਾਰਮੂਲਾ ਹੈ, ਇਹ ਇਸ ਤਰ੍ਹਾਂ ਆਪਾਂ ਡਰਾਈਵ ਕੀਤਾ ਹੈ। ਤੇ ਇਹਦੇ ਵਿੱਚ ਵੈਲਿਊ ਭਰਨੀ ਹੈ। ਤੇ ਵੈਲਿਊ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਹੈ ਫਾਈਨਲ ਵੈਲੋਸਿਟੀ, ਉਹ ਸਾਡੇ ਕੋਲ ਹੈ ਮਾਈਨਸ ਯੂ ਸਾਈਨ ਥੀਟਾ, ਉਹ ਫਿਲ ਕੀਤੀ ਹੈ। ਫਿਰ ਇਨੀਸ਼ੀਅਲ ਵੈਲੋਸਿਟੀ ਯੂ ਸਾਈਨ ਥੀਟਾ, ਉਹ ਫਿਲ ਕੀਤੀ ਹੈ। ਤੇ ਉਸ ਤੋਂ ਬਾਅਦ ਜਿਹੜੀ ਏ ਐਕਸਲੇਸ਼ਨ ਹੈ ਮਾਈਨਸ ਜੀ ਪੁੱਟ ਕੀਤੀ ਹੈ। ਉਸ ਤੋਂ ਬਾਅਦ ਇਹ ਦੋਨੇ ਐਡ ਹੋਣ ਤੋਂ ਬਾਅਦ ਸਾਡੇ ਕੋਲ ਇਹ ਆ ਜਾਵੇਗੀ, ਤੇ ਆਪਾਂ ਜਿਹੜੇ ਹੈ ਮਾਈਨਸ ਦੇ ਨਿਸ਼ਾਨ ਹੈ ਉਹ ਕੱਟ ਦੇਣੇ, ਠੀਕ ਹੈ। ਤੇ ਹੁਣ ਸਾਡੇ ਕੋਲ ਮੁੜ ਕੇ ਇਹੀ ਇਕੁਏਸ਼ਨ ਆ ਜਾਏਗੀ ਰੇਂਜ, ਠੀਕ ਹੈ, ਯੂ ਕੋਸ ਥੀਟਾ ਇਨਟੂ ਟਾਈਮ। ਆਪਾਂ ਟਾਈਮ ਦੀ ਵੈਲਿਊ ਇਹਦੇ ਵਿੱਚ ਫਿਲ ਕਰਨੀ ਹੈ, ਜੋ ਆਪਾਂ ਜਿਹੜੀ ਕੱਢੀ ਹੈ, ਠੀਕ ਹੈ। ਟਾਈਮ ਦੀ ਵੈਲਿਊ ਇੱਥੇ ਫਿਲ ਕਰ ਦਿੱਤੀ ਹੈ। ਉਸ ਤੋਂ ਬਾਅਦ ਸੋਲਵ ਕਰਨ ਤੋਂ ਬਾਅਦ ਸਾਡੇ ਕੋਲ ਇਹ ਇਕੁਏਸ਼ਨ ਆ ਜਾਵੇਗੀ। ਇਸ ਇਕੁਏਸ਼ਨ ਦੇ ਵਿੱਚ ਇੱਕ ਫਾਰਮੂਲਾ ਲੱਗੇਗਾ, ਜੋ ਇਹ ਹੈ 2 ਕੋਸ ਥੀਟਾ ਸਾਈਨ ਥੀਟਾ, ਉਸ ਦੀ ਕੀਮਤ ਸਾਈਨ 2 ਥੀਟਾ ਹੋ ਜਾਵੇਗੀ, ਜਿਹੜੀ ਕਿ ਆਪਾਂ ਫਿਲ ਕੀਤੀ ਹੈ। ਤੇ ਉਸ ਤੋਂ ਬਾਅਦ ਸਾਡੇ ਕੋਲ ਸਾਈਨ 2 ਥੀਟਾ, ਇਹ ਫਾਰਮੂਲਾ ਬਣ ਜਾਵੇਗਾ ਰੇਂਜ ਕੱਢਣੇ ਦਾ। ਰੇਂਜ ਇਜ਼ ਇਕੁਅਲ ਟੂ ਯੂ ਸਕੁਅਰ ਅਪੋਨ ਜੀ ਸਾਈਨ 2 ਥੀਟਾ। ਤੁਸੀਂ ਦੇਖਿਆ ਹੋਣਾ, ਸਿਰਫ ਰੇਂਜ ਇਨੀਸ਼ੀਅਲ ਵੈਲੋਸਿਟੀ ਉੱਤੇ ਡਿਪੈਂਡ ਕਰਦੀ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਜਿਹੜੀ ਹੈ ਅਗਲਾ ਟੌਪਿਕ ਹੈ ਮੈਕਸਿਮਮ ਹਾਈਟ, ਉਹ ਡਿਸਕਸ ਕਰਦੇ ਹਾਂ। ਤੇ ਮੈਕਸਿਮਮ ਹਾਈਟ ਦੇ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਕਸਿਮਮ ਹਾਈਟ ਕਿਹੜੀ ਸੀ, ਇਹ ਹਾਈਟ ਸੀ ਜਿਸ 'ਤੇ ਜਿਹੜੀ ਹੈ v ਇਜ਼ ਇਕੁਅਲ ਟੂ 0 ਹੋ ਜਾਂਦੀ ਸੀ, ਉਹ ਸਾਡੇ ਕੋਲ ਮੈਕਸਿਮਮ ਹਾਈਟ ਸੀ, ਠੀਕ ਹੈ। ਇੱਕ ਤਰ੍ਹਾਂ ਆਪਾਂ ਵਰਟੀਕਲ ਡਿਸਟੈਂਸ ਵੀ ਇਹਨੂੰ ਕਹਿ ਸਕਦੇ ਹਾਂ, ਠੀਕ ਹੈ। ਪਿਛਲੇ ਦੇ ਵਿੱਚ ਆਪਾਂ ਰੇਂਜ ਕੱਢੀ ਸੀ r, ਤੇ ਹੁਣ ਆਪਾਂ ਹਾਈਟ ਕੱਢਣੀ ਹੈ h, ਠੀਕ ਹੈ। ਤੇ ਆਪਾਂ ਸਭ ਤੋਂ ਪਹਿਲਾਂ ਕਿ ਮੈਕਸਿਮਮ ਹਾਈਟ ਕੀ ਹੈ, ਕਿ ਮੈਕਸਿਮਮ ਹਾਈਟ ਪ੍ਰੋਜੈਕਟਾਈਲ ਦੀ ਜਦ ਵਰਟੀਕਲ ਵੈਲੋਸਿਟੀ 0 ਹੋ ਜਾਂਦੀ ਹੈ, ਠੀਕ ਹੈ। ਤੇ ਆਪਾਂ ਇਸ ਦੇ ਲਈ ਜਿਹੜੀ ਆਪਾਂ ਥਰਡ ਇਕੁਏਸ਼ਨ ਆਫ ਮੋਸ਼ਨ ਹੈ, ਇਕੁਏਸ਼ਨ ਆਫ ਮੋਸ਼ਨ ਦੀ ਜਿਹੜੀ ਹੈ ਯੂਜ਼ ਕਰਨੀ ਹੈ, ਜੋ ਸਾਡੇ ਕੋਲ ਸੀ s ਵਾਲੀ, s ਇਜ਼ ਇਕੁਅਲ ਟੂ ਯੂ ਟੀ, ਠੀਕ ਹੈ, ਪਲੱਸ 1/2 at ਸਕੁਅਰ ਵਾਲੀ, ਠੀਕ ਹੈ। ਉਹ ਸੀ, ਉਹ ਇਕੁਏਸ਼ਨ ਆਪਾਂ ਇੱਥੇ ਲਗਾਈ ਹੈ। ਹੁਣ ਆਪਾਂ s ਦੀ ਜਗ੍ਹਾ ਇੱਥੇ x ਲਿਆ ਹੈ, ਤੇ u, ਕਿਉਂਕਿ u y ਵਰਟੀਕਲ ਵੈਲੋਸਿਟੀ ਲੈਣੀ ਹੈ t, ਤੇ ਮਾਈਨਸ 1/2 at ਸਕੁਅਰ। ਮਾਈਨਸ ਕਿਉਂ ਲਿਆ ਹੈ, ਕਿਉਂਕਿ ਆਪਾਂ ਐਕਸਲੇਸ਼ਨ ਦੇ ਜਿਹੜਾ g ਹੈ ਉਸ ਦੇ ਇਨਫਲੂਐਂਸ ਦੇ ਵਿੱਚ ਜਿਹੜਾ ਹੈ ਆਪਾਂ ਮੋਸ਼ਨ ਫਾਈਂਡ ਕਰਨ ਜਾ ਰਹੇ ਹਾਂ। ਤੇ ਹੁਣ ਆਪਾਂ x ਦੀ ਜਗ੍ਹਾ h ਫਿਲ ਕਰ ਦਿੱਤਾ ਹੈ, ਕਿਉਂਕਿ ਆਪਾਂ ਹਾਈਟ ਫਾਈਂਡ ਕਰਨੀ ਹੈ, ਤੇ ਇਹ ਨੂੰ ਆਪਾਂ g ਨਾਲ ਰੀਪਲੇਸ ਕਰ ਦੇਵਾਂਗੇ। ਤੇ ਜਿਹੜਾ t ਹੈ ਉਹ ਆਪਾਂ ਟਾਈਮ ਜਿਹੜਾ ਹੈ ਉਹ ਜਿਹੜਾ ਹੈ ਆਪਾਂ ਫਿਲ ਕਰਨਾ ਹੈ ਯੂ ਸਾਈਨ ਥੀਟਾ ਅਪੋਨ ਜੀ। ਆਪਾਂ ਦੇਖਦੇ ਹਾਂ ਕਿ ਆਪਾਂ ਜਿਹੜਾ ਟਾਈਮ ਸੀ ਉਹ ਸਾਡੇ ਕੋਲ ਕਿਆ ਹੈ, ਯੂ ਸਾਈਨ ਥੀਟਾ ਅਪੋਨ ਜੀ, ਇਹ ਕਿੱਥੋਂ ਆਇਆ ਹੈ?
ਜਿਹੜਾ ਆਪਾਂ ਪਿਛਲੀ ਸਲਾਈਡ ਦੇ ਵਿੱਚ ਪ੍ਰੂਵ ਕੀਤਾ ਸੀ, ਸਾਡੇ ਕੋਲ ਟਾਈਮ ਇਹ ਸੀ ਕਿ ਜਿਹੜਾ ਸਾਡੇ ਕੋਲ ਹੈ t ਇਜ਼ ਇਕੁਅਲ ਟੂ 2u ਸਾਈਨ ਥੀਟਾ ਅਪੋਨ ਜੀ। ਆਪਾਂ ਇੱਥੇ ਜਿਹੜਾ ਹੈ ਟਾਈਮ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਕੱਢਿਆ ਸੀ, ਠੀਕ ਹੈ। ਪਰ ਆਪਾਂ ਜਦ ਹਾਈਟ ਕੱਢਣੀ ਹੈ ਤਾਂ ਆਪਾਂ ਟਾਈਮ ਹਾਫ ਲੈਣਾ ਹੈ। ਇਸ ਕਰਕੇ ਜਿਹੜਾ ਆਪਾਂ ਇਹ ਸਾਡੇ ਕੋਲ ਫਾਰਮੂਲਾ ਹੈ ਉਹਦੇ ਵਿੱਚ ਆਪਾਂ ਤਾਂ ਸਿਰਫ ਟਾਈਮ ਲਿਆ ਹੈ ਜੂ ਸਾਈਨ ਥੀਟਾ ਅਪੋਨ ਜੀ, ਠੀਕ ਹੈ। ਤੇ ਆਪਾਂ ਕਰਦੇ ਹਾਂ ਫਿਰ ਤੋਂ ਸਲਾਈਡ ਦੇ ਵਿੱਚ ਆ ਜਾਂਦੇ ਹਾਂ। ਆਪਾਂ ਜਿਹੜੀ ਹੈ ਸਾਰੀਆਂ ਵੈਲਿਊ ਹੈ ਇਕੁਏਸ਼ਨ ਦੇ ਵਿੱਚ ਫਿਲ ਕਰਨੀਆਂ ਹੈ। ਇਹ ਸਾਰੀਆਂ ਵੈਲਿਊ ਆਪਾਂ ਜਿਹੜੀ ਸਾਡੇ ਕੋਲ ਇਕੁਏਸ਼ਨ ਆਫ ਮੋਸ਼ਨ ਹੈ ਉਹਦੇ ਵਿੱਚ ਫਿਲ ਕਰ ਦਿੱਤੀਆਂ ਹੈ, ਠੀਕ ਹੈ। ਆਪਾਂ ਵਰਟੀਕਲ ਵੈਲੋਸਿਟੀ ਲੈਣੀ ਹੈ ਜੋ ਸਾਈਨ ਥੀਟਾ, ਉਸ ਤੋਂ ਬਾਅਦ ਟਾਈਮ ਦੀ ਵੈਲਿਊ ਫਿਲ ਕੀਤੀ ਹੈ ਤੇ ਇੱਥੇ ਆਪਾਂ ਜਿਹੜਾ ਸਾਡੇ ਕੋਲ ਹੈ ਟੋਟਲ ਟਾਈਮ ਹੈ ਨਾ 2 ਸਾਈਨ ਥੀਟਾ ਅਪੋਨ ਜੀ, ਉਸ ਦੀ ਵੈਲਿਊ ਫਿਲ ਕੀਤੀ ਹੈ, ਠੀਕ ਹੈ। ਕਟਿੰਗ ਕਰਨੇ ਤੋਂ ਬਾਅਦ ਸੋਲਵ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਵੈਲਿਊ ਆ ਜਾਵੇਗੀ। ਸੋਲਵ ਕਿਸ ਤਰ੍ਹਾਂ ਕਰਨਾ ਹੈ, ਜਿਹੜੀਆਂ ਕਾਮਨ ਚੀਜ਼ਾਂ ਹੈ ਉਹਨਾਂ ਨੂੰ ਬਾਹਰ ਕੱਢ ਲੈਣਾ ਹੈ ਤੇ ਜੋ ਸਾਡੇ ਕੋਲ ਇੰਟੀਗਰਲ ਬਚਣਗੇ ਨਿਊਮੈਰੀਕਲ ਵੈਲਿਊਜ਼ ਦਾ LCM ਲੈ ਕੇ ਆਪਾਂ ਇਹਨੂੰ ਸੋਲਵ ਕਰ ਲਵਾਂਗੇ। ਤੁਸੀਂ ਲਾਸਟ ਵਾਲਾ ਜੋ ਰਿਜ਼ਲਟ ਹੈ ਉਹ ਯਾਦ ਰੱਖਣਾ ਹੈ, ਕਿੰਨਾ ਆਇਆ ਹੈ ਮੈਕਸਿਮਮ ਹਾਈਟ ਯੂ ਸਕੁਏਅਰ ਡੋਟ ਸਾਈਨ ਸਕੁਏਅਰ ਥੀਟਾ ਅਪੋਨ 2g, ਠੀਕ ਹੈ। ਤੁਸੀਂ ਇੱਥੇ ਵੀ ਦੇਖਿਆ ਹੋਣਾ ਹੈ ਕਿ ਜਿਹੜੀ ਹੈ ਹਾਈਟ ਹੈ ਉਹ ਵੀ ਸਾਡੇ ਕੋਲ ਜਿਹੜੀ ਹੈ ਇਨੀਸ਼ੀਅਲ ਵੈਲਿਊ ਉੱਤੇ ਡਿਪੈਂਡ ਕਰਦੀ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਟੋਪਿਕ ਹੈ ਟਾਈਮ ਦਾ ਉਹ ਫਾਈਂਡ ਕਰਦੇ ਹਾਂ। ਟਾਈਮ ਵੈਸੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਤੇ ਆਪਾਂ ਹੁਣ ਸਿਰਫ ਇਸ ਦੀ ਵੈਲਿਊ ਹੀ ਇੱਕ ਤਰ੍ਹਾਂ ਰਿਵਾਈਜ਼ ਕਰਨੀ ਹੈ। ਟਾਈਮ ਆਫ ਫਲਾਈਟ ਕੀ ਹੁੰਦਾ ਹੈ ਕਿ ਵੈਨ ਦਾ ਆਬਜੈਕਟ ਇਜ਼ ਪ੍ਰੋਜੈਕਟਾਈਲ ਟੂ ਏ ਟਾਈਮ ਇਟ ਰੀਚਡ ਦ ਸਰਫੇਸ, ਠੀਕ ਹੈ। ਜਦੋਂ ਜਿੰਨਾ ਟਾਈਮ ਇਹ ਸਰਫੇਸ ਜਿਹੜੀ ਹੈ ਰੀਚ ਕਰਨ ਵਾਸਤੇ ਲਾਉਂਦੀ ਹੈ, ਠੀਕ ਹੈ, ਤੇ ਉਸ ਨੂੰ ਆਪਾਂ ਟਾਈਮ ਕਹਿੰਦੇ ਹਾਂ। ਤੇ ਇਹ ਟੀ ਜਿਹੜਾ ਡਿਪੈਂਡ ਕਰਦਾ ਹੈ ਇਨੀਸ਼ੀਅਲ ਵੈਲੋਸਿਟੀ ਉੱਤੇ ਤੇ ਐਂਗਲ ਉੱਤੇ, ਠੀਕ ਹੈ। ਤੇ ਟਾਈਮ t ਇਜ਼ ਇਕੁਅਲ ਟੂ ਜੂ ਵਾਈ ਅਪੋਨ ਜੀ, ਤੇ ਆਪਾਂ ਜੂ ਵਾਈ ਦੀ ਕੀਮਤ ਭਰੀ ਹੈ ਜੂ ਸਾਈਨ ਥੀਟਾ ਅਪੋਨ ਜੀ। ਇਹ ਸਾਡੇ ਕੋਲ ਟਾਈਮ ਆਫ ਫਲਾਈਟ ਦਾ ਹੈ, ਠੀਕ। ਤੁਸੀਂ ਡਾਇਰੈਕਟ ਪਿਛਲੀ ਸਲਾਈਡ ਤੋਂ ਵੀ ਕਰ ਸਕਦੇ ਹਾਂ ਤੇ ਦੂਸਰੀ